TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਪਸੰਦ ਆਵੇਗਾ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਤੁਹਾਡੀ ਨਜ਼ਰ ਕਰੀਏ ਕਿ ਜਿਹੜੇ ਮੁੱਦੇ ਜਿਹੜੇ ਨੇ ਉਹ ਇੱਕ ਮੁੱਦਿਆਂ ਦੀ ਤਰ੍ਹਾਂ ਦੇ ਨਾਲ ਨਹੀਂ, ਇੱਕ ਖਬਰ ਦੀ ਤਰ੍ਹਾਂ ਖਬਰ ਦੇ ਨਾਲ ਨਹੀਂ, ਉਹਨਾਂ ਦੀ ਡੂੰਘਾਈ ਤੱਕ ਤੁਹਾਡੇ ਤੱਕ ਜਿਹੜੀ ਉਹਨਾਂ ਦੀ ਪੇਸ਼ਕਾਰੀ ਜਿਹੜੀ ਆ ਉਹ ਪਹੁੰਚਾਈ ਜਾਵੇ। ਸੋ ਅੱਜ ਵੀ ਮੈਂ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਮੁੱਦਾ ਲਿਆ ਹੈਗਾ ਕਿ ਕੀ ਪੰਜਾਬ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਸੰਘਰਸ਼ ਕਿਉਂ ਕਰਨਾ ਪੈਂਦਾ, ਹਰ ਚੀਜ਼ ਵਾਸਤੇ ਪੰਜਾਬ ਨੂੰ ਸੰਘਰਸ਼ ਜਿਹੜਾ ਉਹ ਕਰਨਾ ਪੈਂਦਾ ਹੈਗਾ, ਇਹਦਾ ਕਾਰਨ ਕੀ ਆ, ਇਸ ਦੇ ਉੱਤੇ ਆਪਾਂ ਅੱਜ ਜਿਹੜੀ ਗੱਲਬਾਤ ਕਰਾਂਗੇ। ਕਿ ਭਾਰਤ ਵਿੱਚ ਬਾਕੀ ਵਾਸਤੇ ਸੂਬੇ ਵੀ ਪੰਜਾਬ ਦੀ ਤਰ੍ਹਾਂ ਜਿਹੜਾ ਹੈ ਉਹ ਸੰਘਰਸ਼ ਕਰਨਾ ਪੈ ਰਿਹਾ ਉਹਨਾਂ ਨੂੰ, ਕਿ ਜਾਂ ਉਹਨਾਂ ਦਾ ਜਿਹੜਾ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਸੰਘਰਸ਼ ਕੀਤੇ ਬਗੈਰ ਹੀ ਜਿਹੜਾ ਉਹ ਸਰ ਜਾਂਦਾ ਹੈਗਾ। ਪੰਜਾਬ ਹਰ ਵਕਤ ਜਿਹੜਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਘਰਸ਼ੀ ਰਹਿੰਦਾ, ਜਾਂ ਤਾਂ ਉਹਨੂੰ ਆਪਣੀਆਂ ਜਿਹੜੀਆਂ ਉਹਦੇ ਪ੍ਰਤੀ ਵਧੀਕੀਆਂ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ ਉਹਦੇ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੁੰਦਾ, ਜਾਂ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਉੱਤੇ ਜੋ ਉਹਦੇ ਤੇ ਪ੍ਰਭਾਵ ਪੈਣ ਵਾਲੀਆਂ ਗੱਲਾਂ ਹੁੰਦੀਆਂ ਨੇ, ਖਾਸ ਤੌਰ ਤੇ ਜਿਹਦੇ ਨਾਲ ਉਹਦੀ ਹੋਂਦ ਨੂੰ ਖਤਰਾ, ਉਹਦੀ ਨੈਚੁਰਲ ਰਿਸੋਰਸਿਸ ਨੂੰ ਖਤਰਾ, ਉਹਦੀ ਬੋਲੀਆਂ ਨੂੰ ਖਤਰਾ, ਉਹਦੇ ਤੇ ਉਹਨੂੰ ਜਿਹੜਾ ਹੈ ਹਮੇਸ਼ਾ ਕੋਈ ਨਾ ਕੋਈ ਸੰਘਰਸ਼ ਰੂਪ ਦੇ ਵਿੱਚ ਸੰਘਰਸ਼ ਜਿਹੜਾ ਹੈ ਉਹ ਕਰਨਾ ਪੈਂਦਾ ਹੈਗਾ। ਉਹ ਕੋਈ ਵੀ ਐਸਾ ਸਮਾਂ ਪੰਜਾਬ ਦੇ ਕੋਲ ਜਿਹੜਾ ਹੈ ਉਹ ਨਹੀਂ ਹੈਗਾ ਕਿ ਜਿਸ ਦੇ ਵਿੱਚ ਇਹ ਦੇਖਿਆ ਜਾਵੇ ਕਿ ਪੰਜਾਬ ਨੂੰ ਜਿਹੜਾ ਸੁੱਖ ਦਾ ਸਾਹ ਕਦੀ ਉਹ ਆਇਆ ਹੋਵੇ। ਇਹਦੇ ਪਿੱਛੇ ਕਾਰਨ ਬਹੁਤ ਵੱਡੇ ਨੇ ਤੇ ਅਸੀਂ ਹਮੇਸ਼ਾ ਉਹਨਾਂ ਹੀ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਕੇ ਆਪਣਾ ਜਿਹੜਾ ਬੁੱਤਾ ਸਾਰ ਲੈਂਦੇ ਆ, ਜਾਂ ਆਪਾਂ ਉਹਦੇ ਉੱਤੇ ਗੱਲਬਾਤ ਕਰਕੇ ਆਪਣਾ ਫਰਜ਼ ਜਿਹਾ ਨਿਭਾ ਦਿੰਦੇ ਹੈਗੇ ਆ ਕਿ ਅਸੀਂ ਇਸ ਦੇ ਉੱਤੇ ਗੱਲਬਾਤ ਕਰ ਲਈ ਤੇ ਸਾਡਾ ਜਿਹੜਾ ਫਰਜ਼ ਆ ਉਹ ਪੂਰਾ ਹੋ ਨਿਬੜਿਆ ਹੈਗਾ। ਪਰ ਪਿਛਲੇ 74 ਸਾਲਾਂ ਦੇ ਵਿੱਚ ਜੋ ਪੰਜਾਬ ਦੇ ਨਾਲ ਹੋਇਆ ਉਸ ਦੇ ਉੱਤੋਂ ਹੁਣ ਤੱਕ ਆਮ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ 3 ਪੀੜ੍ਹੀਆਂ ਇਸ ਟਾਈਮ ਦੇ ਉੱਤੇ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਦੀਆਂ ਨੇ, ਉਹਨਾਂ ਨੂੰ ਹੁਣ ਤੱਕ ਸਮਝ ਜਾਣਾ ਚਾਹੀਦਾ ਸੀਗਾ ਕਿ ਕੀ ਹੋ ਬੀਤ ਰਿਹਾ। 3 ਪੀੜ੍ਹੀਆਂ ਪੰਜਾਬ ਦੀਆਂ ਦੀ ਮੈਂ ਤਾਂ ਗੱਲ ਕਰਦਾ ਪਿਆ ਕਿ ਜਿਹੜੇ ਕੋਈ 75ਵੇਂ 76ਵੇਂ ਜਾਂ 80ਵੇਂ ਦੇ ਸਾਲ ਦੇ ਵਿੱਚ ਹੈ ਨੇ, ਉਹ ਪੀੜ੍ਹੀ ਇੱਕ ਪੀੜ੍ਹੀ ਉਹ ਕਿ ਜਿਹੜੀ ਪੀੜ੍ਹੀ ਇਸ ਟਾਈਮ ਦੇ ਉੱਤੇ ਅਧਖੜਾ ਜਿਨ੍ਹਾਂ ਦੇ ਵਿੱਚ ਅਸੀਂ ਆ ਜਾਂਦੇ ਹੈਗੇ ਆ, ਜਾਂ ਮਿਡਲ ਏਜ ਦੇ ਵਿੱਚ ਤੁਰੇ ਆਪਣਾ ਮਿਡਲ ਏਜ ਦੇ ਵਿੱਚ ਹੈਗੇ ਨੇ, ਤੇ ਇੱਕ ਪੀੜ੍ਹੀ ਉਹ ਜਿਹੜੀ ਨੌਜਵਾਨ ਹੋ ਚੁੱਕੀ ਆ, ਜਿਹੜੀ ਜਿਨ੍ਹਾਂ ਦੀ ਉਮਰ ਜਿਹੜੀ ਆ ਉਹ ਤਕਰੀਬਨ 21 22 23 ਸਾਲ ਤੋਂ ਉੱਤੇ 25 ਸਾਲ ਦੇ ਵਿੱਚ ਹੈਗੀ ਆ। ਸੋ ਇਹ 3 ਪੀੜ੍ਹੀਆਂ ਜਿਹੜੀਆਂ ਨੇ ਉਹ ਪੰਜਾਬ ਵਿੱਚ ਹੋ ਰਹੇ ਚੱਲ ਰਹੇ ਸੰਘਰਸ਼ ਨੂੰ ਵੇਖ ਤਾਂ ਰਹੀਆਂ ਹੁੰਦੀਆਂ ਨੇ, ਤੇ ਉਸ ਵੇਖ ਰਹੇ ਸੰਘਰਸ਼ ਨੂੰ ਜਦੋਂ ਉਹ ਆਪਣੀਆਂ ਨਜ਼ਰਾਂ ਨਾਲ ਵੇਖਦੇ ਨੇ ਤੇ ਉਹਦੇ ਉੱਤੇ ਕਿੰਨੀ ਕੁ ਸਮਝ ਬਣਾ ਪਾਉਂਦੇ ਨੇ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆ ਉਹ ਇਹ ਹੈਗੀ ਆ ਕਿ ਕਿੰਨਾ ਕੁ ਅਸੀਂ ਉਸ ਮਸਲਿਆਂ ਨੂੰ ਜਾਂ ਉਹ ਪੰਜਾਬ ਦੀ ਜਿਹੜੀ ਸਹੀ ਤਸਵੀਰ ਆ ਉਹਨੂੰ ਸਮਝ ਪਾਉਂਦੇ ਹੈਗੇ ਆ। ਸੋ ਇਹਦੇ ਵਿੱਚ ਹੀ ਜਿਹੜਾ ਸਾਡਾ ਸਾਰਾ ਕੁਝ ਜਿਹੜਾ ਉਹ ਛੁਪਿਆ ਪਿਆ ਹੈਗਾ ਕਿ ਕਿਉਂ ਪੰਜਾਬ ਜਿਹੜਾ ਉਹ ਸੰਘਰਸ਼ ਜਿਹੜਾ ਹਮੇਸ਼ਾ ਉਹਨੂੰ ਸੰਘਰਸ਼ਸ਼ੀਲ ਹੀ ਰਹਿਣਾ ਪੈਂਦਾ ਹੈਗਾ। ਦੂਜੇ ਸੂਬਿਆਂ ਦੀ ਤਰ੍ਹਾਂ ਉਹਨੂੰ ਬੈਠੇ ਬਿਠਾਏ ਕੁਝ ਵੀ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਪ੍ਰਾਪਤ ਵੈਸੇ ਸੰਘਰਸ਼ ਕਰਕੇ ਵੀ ਅੱਜ ਤੱਕ ਕੁਝ ਨਹੀਂ ਹੋਇਆ। ਜੇ ਅਸਲੀਅਤ ਵਿੱਚ ਜੇ ਆਪਾਂ ਸਹੀ ਤਸਵੀਰ ਪੇਸ਼ ਕਰਨੀ ਹੋਵੇ ਤਾਂ ਉਹ ਪੰਜਾਬ ਨੂੰ ਅੱਜ ਤੱਕ ਸੰਘਰਸ਼ ਕਰਕੇ ਮਿਲਿਆ ਕੁਝ ਨਹੀਂ। ਸਿਰਫ ਡੀਪ ਸਟੇਟ ਦੇ ਹੋਏ ਹਮਲਿਆਂ ਨੂੰ ਜਾਂ ਤਾਂ ਥੋੜੇ ਸਮੇਂ ਲਈ ਰੋਕ ਦਿੱਤਾ ਗਿਆ, ਜਾਂ ਉਹਨਾਂ ਦਾ ਮੁੱਖ ਮੋੜ ਕੇ ਕਿਸੇ ਹੋਰ ਤਰੀਕੇ ਦੇ ਨਾਲ ਉਹ ਜਿਹੜੇ ਸੀਗੇ ਹਮਲੇ ਉਹ ਜਿਹੜੇ ਲਗਾਤਾਰਤਾ ਦੇ ਨਾਲ ਹੋ ਰਹੇ ਨੇ ਉਹਨਾਂ ਦਾ ਸਿਰਫ ਮੁੱਖ ਜਿਹਾ ਮੋੜ ਕੇ ਉਹਨਾਂ ਨੂੰ ਦੁਬਾਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਗੂ ਜਿਹੜਾ ਉਹ ਕੀਤਾ ਗਿਆ। ਉਸ ਦੇ ਵਿੱਚ ਪ੍ਰਾਪਤੀ ਕੋਈ ਜਿਹੜੀ ਆ ਉਹ ਨਹੀਂ ਹੋ ਗਈ। ਸਿਰਫ ਕੁਝ ਆਪਾਂ ਇਹ ਕਿ ਡੰਗ ਟਪਾਊ ਟਾਈਮ ਜਿਹੜਾ ਹੈ ਕੱਢਣ ਵਾਲਾ ਕੰਮ ਉਹ ਜ਼ਰੂਰ ਹੋ ਸਕਦਾ ਹੈਗਾ ਕਿ ਕੁਝ ਸਮੇਂ ਲਈ ਕੁਝ ਚੀਜ਼ਾਂ ਜਿਹੜੀਆਂ ਉਹ ਰੋਕਣਗੀਆਂ। ਪੰਜਾਬ ਦੇ ਉੱਤੇ ਹਰ ਉਸ ਪੱਖ ਦੇ ਵਿੱਚ ਤਲਵਾਰ ਜਿਹੜੀ ਆ ਉਹ ਹਮੇਸ਼ਾ ਲਟਕਦੀ ਰਹੀ ਆ। ਪਿਛਲੇ ਲੰਮੇ ਸਮੇਂ ਤੋਂ ਇਹ ਲਗਾਤਾਰਤਾ ਦੇ ਨਾਲ ਵਾਪਰ ਰਿਹਾ ਵਰਤਾਰਾ ਹੈਗਾ।
ਇਸ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਇਹ ਪੰਜਾਬ ਦੇ ਵਾਸਤੇ ਇਹ ਚੀਜ਼ਾਂ ਮੁਸੀਬਤਾਂ ਖੜੀਆਂ ਕਿਉਂ ਕੀਤੀਆਂ ਗਈਆਂ ਨੇ। ਵੈਸੇ ਜਿਹੜੀ ਮਾਡਰਨ ਪੋਲੀਟੀਕਲ ਸਟਰਕਚਰ ਹੈਗਾ ਨਾ, ਜਿਹੜੀ ਰਾਜਨੀਤੀ ਆ, ਜਿਹੜੀ ਮੌਜੂਦਾ ਹੁਣ ਦੀ ਰਾਜਨੀਤੀ ਆ, ਵੈਸੇ ਵੀ ਜਿਹੜੀ ਇਹ ਡੈਮੋਕ੍ਰੇਸੀ ਜਿਹਨੂੰ ਕਹਿ ਦਿੱਤਾ ਜਾਂਦਾ ਹੈਗਾ, ਵੈਸੇ ਤਾਂ ਇਹਦੇ ਵਾਸਤੇ ਬਹੁਤ ਸਾਰੀਆਂ ਕਿਤਾਬਾਂ ਨੇ। ਜੇ ਆਪਾਂ ਉਹਨਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਨਿਚੋੜ ਮੈਂ ਤੁਹਾਡੇ ਨਾਲ ਅਗਰ ਪੇਸ਼ ਕਰਨਾ ਹੋਵੇ ਤਾਂ ਉਹਦੇ ਵਿੱਚ ਇੱਕ ਬੜੀ ਸਪਸ਼ਟ ਜੀ ਗੱਲ ਇਹ ਲਿਖੀ ਹੋਈ ਆ ਕਿ ਰਾਜਨੀਤੀ ਜਿਹੜੀ ਮਾਡਰਨ ਪੋਲੀਟੀਕਲ ਸਟਰਕਚਰ ਹੈਗਾ ਨਾ, ਜੋ ਸਾਨੂੰ ਦਿਖਾਇਆ ਜਾ ਰਿਹਾ, ਜੋ ਅਸੀਂ ਦੇਖ ਰਹੇ ਹੈਗੇ ਆ, ਉਹ ਅਸਲ ਦੇ ਵਿੱਚ ਉਹ ਹੁੰਦਾ ਨਹੀਂ ਆ। ਜੋ ਅਸੀਂ ਪ੍ਰਚਾਰ ਦੇ ਮਾਧਿਅਮ ਰਾਹੀਂ ਦੇਖ ਰਹੇ ਹੁੰਨੇ ਆ, ਉਹ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਹੋ ਨਹੀਂ ਰਿਹਾ ਹੁੰਦਾ। ਇਹਦਾ ਭਾਵ ਕੀ ਬਣਦਾ ਹੈਗਾ ਕਿ ਸਾਨੂੰ ਦਿਖਾਇਆ ਕੁਝ ਹੋਰ ਜਾ ਰਿਹਾ ਤੇ ਇਹਦੇ ਪਿੱਛੇ ਕੁਝ ਹੋਰ ਜਿਹੜਾ ਹੋ ਰਿਹਾ ਹੁੰਦਾ। ਕਈ ਸਾਲ ਬੀਤ ਜਾਂਦੇ ਨੇ, ਫਿਰ ਸਾਨੂੰ ਸਮਝ ਆਉਂਦੀ ਆ ਕਿ ਇਹ ਗੱਲ ਜਿਹੜੀ ਸੀਗੀ ਇਹ ਇਸ ਤਰ੍ਹਾਂ ਨਹੀਂ ਸੀਗੀ ਹੈਗੀ, ਇਹ ਵਾਪਰੀ ਸੀ ਤਾਂ ਇਹਦੇ ਪਿੱਛੇ ਇਹ ਕਾਰਨ ਸੀ। ਅੱਜ ਇਸ ਮਾਡਰਨ ਯੁੱਗ ਦੇ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਐਕਟਿਵਲੀ ਹੋਣ ਦੇ ਕਾਰਨ ਕੁਝ ਚੀਜ਼ਾਂ ਸਾਡੇ ਤੱਕ ਪਹੁੰਚ ਤਾਂ ਜ਼ਰੂਰ ਜਾਂਦੀਆਂ ਨੇ, ਉਹਨਾਂ ਦੇ ਪਹੁੰਚਣ ਦਾ ਜਿਹੜਾ ਜ਼ਰੀਆ ਹੈਗਾ ਜਾਂ ਜਿੱਦਾਂ ਉਹ ਪਹੁੰਚਦੀਆਂ ਨੇ, ਉਹ ਸਿਰਫ ਇੱਕ ਜਾਣਕਾਰੀ ਦੇ ਰੂਪ ਦੇ ਵਿੱਚ ਪਹੁੰਚਦੀਆਂ ਨੇ। ਸੋ ਕੱਲੀ ਜਾਣਕਾਰੀ ਦੇ ਨਾਲ ਇਹ ਜ਼ਰੂਰੀ ਨਹੀਂ ਕਿ ਸਾਨੂੰ ਉਸ ਮਸਲੇ ਦੀ ਜਾਂ ਉਸ ਜਿਹੜੇ ਚੱਲ ਰਹੇ ਵਰਤਾਰੇ ਦੀ ਸਮਝ ਵੀ ਪੂਰੀ ਤਰ੍ਹਾਂ ਦੇ ਨਾਲ ਹੈਗੀ ਆ। ਜਦੋਂ ਅਸੀਂ ਉਸ ਪੂਰੇ ਵਰਤਾਰੇ ਨੂੰ ਸਮਝਦੇ ਨਹੀਂ, ਸਿਰਫ ਜਾਣਕਾਰੀ ਦੇ ਰੂਪ ਦੇ ਵਿੱਚ ਉਹਨੂੰ ਆਪਣਾ ਇਕੱਠਿਆਂ ਕਰ ਲੈਂਦੇ ਆ ਜਾਂ ਜਾਣਕਾਰੀ ਲੈ ਲੈਂਦੇ ਆ, ਉਹਦੇ ਨਾਲ ਨਾ ਤਾਂ ਅਸੀਂ ਉਸ ਮਸਲੇ ਦੀ ਡੂੰਘਾਈ ਨੂੰ ਜਾਂ ਉਸ ਚੱਲ ਰਹੇ ਵਰਤਾਰੇ ਦੀ ਡੂੰਘਾਈ ਨੂੰ ਸਮਝ ਪਾਉਂਦੇ ਆ, ਤੇ ਨਾ ਹੀ ਉਹ ਜੋ ਸਾਨੂੰ ਦਿਖਾਇਆ ਜਾ ਰਿਹਾ ਉਹਦੇ ਤੇ ਉੱਤੇ ਸਾਡੀ ਜਿਹੜੀ ਤਸਵੀਰ ਹੈਗੀ ਆ ਉਹ ਸਾਫ਼ ਸੁਥਰੀ ਸਾਨੂੰ ਜਿਹੜੀ ਉਹ ਨਜ਼ਰ ਆਉਂਦੀ ਹੈਗੀ ਆ। ਜਿੱਦਾਂ ਜੇ ਆਪਾਂ ਇੱਕ ਕੋਈ ਉਦਾਹਰਨ ਦੇ ਰੂਪ ਦੇ ਵਿੱਚ ਲੈਣਾ ਹੋਵੇ, ਰੱਬ ਨਾ ਕਰੇ ਤੁਸੀਂ ਬਹੁਤ ਸਾਰੇ ਕਿਤੇ ਐਕਸੀਡੈਂਟ ਦੇਖੇ ਹੋਣਗੇ, ਐਕਸੀਡੈਂਟ ਹੋ ਜਾਂਦਾ ਕਿਤੇ, ਤਾਂ ਉਸ ਐਕਸੀਡੈਂਟ ਦਾ ਜਿਹੜਾ ਹੈ ਇਹ ਇਨਫੋਰਮੇਸ਼ਨ ਦੇ ਪਹੁੰਚ ਜਾਣੀ ਕਿ ਫਲਾਣੇ ਜਗ੍ਹਾ ਦੇ ਉੱਤੇ ਕੋਈ ਐਕਸੀਡੈਂਟ ਹੋ ਗਿਆ। ਹੁਣ ਉਸ ਐਕਸੀਡੈਂਟ ਦਾ ਕਾਰਨ ਕੀ ਸੀਗਾ, ਅਸਲ ਦੇ ਵਿੱਚ ਉੱਥੇ ਜੋ ਵਾਪਰਿਆ ਉਹਦਾ ਕਾਰਨ ਕੀ ਸੀਗਾ, ਉਹਦੇ ਰੀਜ਼ਨ ਕੀ ਰਹੇ, ਉਹਦੇ ਪਿੱਛੇ ਸਾਰਾ ਉਹਦਾ ਪਿਛੋਕੜ ਕੀ ਸੀ, ਬਹੁਤ ਸਾਰੇ ਰੀਜ਼ਨਸ ਉਹਦੇ ਹੋ ਸਕਦੇ ਨੇ। ਇਸੇ ਤਰ੍ਹਾਂ ਦੇ ਨਾਲ ਉਹ ਇਨਵੈਸਟੀਗੇਸ਼ਨ ਦਾ ਪਾਰਟ ਜਦੋਂ ਬਣਦਾ ਤੇ ਫਿਰ ਪਤਾ ਲੱਗਦਾ ਕਿ ਇਹਦਾ ਕਾਰਨ ਇਹ ਸੀਗਾ, ਕਿਹਦੀ ਗਲਤੀ ਸੀ, ਕਿਹਦਾ ਕਾਰਨ ਸੀ, ਕਿਉਂ ਇਹ ਵਾਪਰਿਆ। ਇਸ ਤਰ੍ਹਾਂ ਦੇ ਨਾਲ ਹੀ ਜਦੋਂ ਕੋਈ ਇਹ ਵਰਤਾਰੇ ਵਾਪਰੇ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਵੀ ਰਹੇ ਨੇ, ਉਹਨਾਂ ਦੀ ਸਾਨੂੰ ਇਨਫੋਰਮੇਸ਼ਨ ਤਾਂ ਹੈ ਕਿ ਆਹ ਚੀਜ਼ ਜਿਹੜੀ ਆ ਉਹ ਸਾਡੇ ਤੱਕ ਪਹੁੰਚਦੀ ਹੋਗੀ, ਚਾਹੇ ਉਹ ਸੋਸ਼ਲ ਮੀਡੀਆ ਤੋਂ ਹੋਗੀ, ਚਾਹੇ ਵੱਡੇ ਵੱਡੇ ਜਿਹੜੇ ਪਾਰਟੀਆਂ ਨੇ ਉਹਨਾਂ ਦੇ ਜਿਹੜੇ IT ਸੈੱਲ ਨੇ ਉਹ ਕੰਮ ਕਰਦੇ ਆ, ਉਹਨਾਂ ਵੱਲੋਂ ਪਹੁੰਚਾਈ ਸਾਡੇ ਤੱਕ ਪਹੁੰਚਦੀ ਕੀਤੀ ਗਈ ਇਨਫੋਰਮੇਸ਼ਨ, ਜਾਣਕਾਰੀ ਜਿਹੜੀ ਆ ਉਹ ਪਹੁੰਚਦੀ ਤਾਂ ਹੋਗੀ। ਉਹ ਜਾਣਕਾਰੀ ਵੀ ਕਈ ਵਾਰ ਅੱਧੀ ਅਧੂਰੀ ਜਾਂ ਕਈ ਵਾਰ ਪੂਰੀ ਵੀ ਤੇ ਜਾਂ ਕਈ ਵਾਰ ਗਲਤ ਵੀ ਹੋ ਸਕਦੀ ਆ, ਤੇ ਪਰ ਉਹਦੇ ਪਿੱਛੇ ਸਮਝਦਾਰੀ ਜਿਹੜੀ ਆ ਉਹਦੇ ਤੇ ਕੰਮ ਕਰਨ ਦਾ ਸਾਨੂੰ ਜਿਹੜਾ ਹੈ ਉਹ ਜ਼ਰੂਰਤ ਹੈਗੀ ਆ। ਫਿਰ ਅਸੀਂ ਸਾਰੇ ਪੋਲੀਟੀਕਲ ਸਟਰਕਚਰ ਨੂੰ ਤੇ ਜੋ ਅਸੀਂ ਸਾਨੂੰ ਸੰਘਰਸ਼ ਵਿੱਚ ਕਿਉਂ ਪਾਇਆ ਜਾਂਦਾ ਇਹਦੇ ਦੇ ਉੱਤੇ ਜਿਹੜੀ ਹੈ ਉਹ ਸਾਡੀ ਪਿਕਚਰ ਜਿਹੜੀ ਆ, ਤਸਵੀਰ ਜਿਹੜੀ ਆ ਉਹ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਹੈ। ਹਮੇਸ਼ਾ ਰੌਲਾ ਕਿਸ ਗੱਲ ਦਾ ਹੈ ਕਿ ਪੰਜਾਬ ਨੇ ਹਰ ਵਕਤ ਇਸ ਗੱਲ ਦੇ ਉੱਤੋਂ ਹੀ ਉਹਨੂੰ ਜਿਹੜਾ ਉਹ ਲੜਨਾ ਪੈਂਦਾ ਕਿ ਸਾਡੀ ਬੋਲੀ ਜਿਹੜੀ ਆ, ਸਾਡੀ ਸਟੇਟ ਦੇ ਵਿੱਚ ਹੀ ਬੋਲੀ ਲਾਗੂ ਕਰਾਉਣ ਵਾਸਤੇ ਉਹਨੂੰ ਸੰਘਰਸ਼ ਕਰਨਾ ਪੈ ਰਿਹਾ ਹੋਵੇ। ਆਪਣੀ ਸਟੇਟ ਹੋਵੇ, ਆਪਣਾ ਖਿੱਤਾ ਹੋਵੇ, ਆਪਣੀ ਜਗ੍ਹਾ ਹੋਵੇ ਤੇ ਉੱਥੇ ਹੀ ਮਾਂ ਬੋਲੀ ਪੰਜਾਬੀ ਲਈ ਸਟਰਗਲ ਕਰਨਾ ਪੈ ਰਿਹਾ ਹੋਵੇ ਕਿ ਭਾਈ ਤੁਸੀਂ ਪੰਜਾਬੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਲਾਗੂ ਕਰ ਦਿਓ। ਸਕੂਲਾਂ ਵਾਲਿਆਂ ਦਾ ਜਿਹੜਾ ਹੈ ਐਜੂਕੇਸ਼ਨ ਸਿਸਟਮ ਹੈ, ਦਫ਼ਤਰਾਂ ਦੇ ਵਿੱਚ ਹੈ, ਬਾਕੀ ਹੋਰ ਜਗ੍ਹਾ ਦੇ ਉੱਤੇ ਜਿੱਥੇ ਵੀ
ਆਪਾਂ ਪੰਜਾਬੀ ਜਿਹੜੀ ਆ ਬੋਲਣੀ ਚਾਹੀਦੀ ਆ ਜਾਂ ਲਿਖਣੀ ਚਾਹੀਦੀ ਆ ਜਾਂ ਪੜ੍ਹਨੀ ਚਾਹੀਦੀ ਆ, ਉਹਦੇ ਵਾਸਤੇ ਵੀ ਪੰਜਾਬੀਆਂ ਨੂੰ ਜਿਹੜਾ ਸੰਘਰਸ਼ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ। ਇਹਦਾ ਕਾਰਨ ਇਹਦਾ ਇਹ ਹੈਗਾ ਕਿ ਜਦੋਂ ਸਾਨੂੰ ਜੋ ਦਿਖਾਇਆ ਗਿਆ ਉਹ ਸਾਨੂੰ ਦਿੱਤਾ ਹੀ ਨਹੀਂ ਗਿਆ, ਜੋ ਸਾਡੇ ਨਾਲ ਵਾਅਦਾ ਕੀਤਾ ਗਿਆ ਉਹ ਸਾਨੂੰ ਦਿੱਤਾ ਹੀ ਨਹੀਂ ਗਿਆ। ਤੇ ਜਦੋਂ ਤੁਹਾਨੂੰ ਜਿਹੜੀ ਕੋਈ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਤੁਹਾਨੂੰ ਉਹ ਦਿਖਾਈ ਜਾਂਦੀ ਆ ਕਿ ਤੁਹਾਡੀ ਇਹ ਜਿਹੜੀ ਵਸਤੂ ਹੈ, ਆ ਚੀਜ਼ ਆ ਖਿੱਤਾ ਹੈ, ਇਹ ਤੁਹਾਡਾ ਤੇ ਤੁਹਾਡੇ ਮੁਤਾਬਕ ਇਹ ਚੱਲੇਗਾ, ਤੇ ਉਦੋਂ ਉਸ ਤੋਂ ਵੀ ਤੁਹਾਨੂੰ ਦੂਰ ਕੀਤਾ ਜਾਂਦਾ ਹੈਗਾ, ਤੇ ਫਿਰ ਤੁਸੀਂ ਉਹਦੇ ਵਾਸਤੇ ਵੀ ਲੜਾਈਆਂ ਜਿਹੜੀਆਂ ਨੇ ਉਹ ਲੜਦੇ ਹੋ। ਫਿਰ ਤੁਸੀਂ ਲੜ ਰਹੇ ਹੁੰਦੇ ਹੋ ਆਪਣੇ ਸਮਾਜ ਦੇ ਵਿੱਚ, ਲਾਗੇ ਜੋ ਵੀ ਸਮਾਜ ਦੇ ਵਿੱਚ ਕਮਿਊਨਿਟੀਆਂ ਵਸਦੀਆਂ ਨੇ, ਉਹ ਕੁਝ ਕਮਿਊਨਿਟੀਆਂ ਤੁਹਾਡੇ ਉਸ ਖਿੱਤੇ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਤੁਹਾਡੀ ਬਰਖਲਾਫੀ ਕਰਦੀਆਂ ਨੇ ਕਿ ਅਸੀਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹਾਂ, ਜਾਂ ਜੇ ਉਸ ਖਿੱਤੇ ਦੇ ਉੱਤੇ ਰਹਿ ਵੀ ਰਹੀਆਂ ਨੇ, ਖਾ ਵੀ ਰਹੀਆਂ ਨੇ, ਪੀ ਵੀ ਰਹੀਆਂ ਨੇ, ਹੰਢਾ ਵੀ ਰਹੀਆਂ ਨੇ, ਇਸ ਦੇ ਬਾਵਜੂਦ ਵੀ ਉਹ ਤੁਹਾਡੇ ਨਾਲ ਖੜਨ ਨੂੰ ਤਿਆਰ ਨਹੀਂ ਨੇ, ਬੋਲੀ ਵਾਸਤੇ ਲੜਨਾ ਪੈ ਰਿਹਾ। ਫਿਰ ਤੁਹਾਡੀ ਸਿੱਖਿਆ, ਐਜੂਕੇਸ਼ਨ ਜਿਹੜੀ ਇੰਪੋਰਟੈਂਟ ਹੈਗੀ ਆ, ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ, ਤੁਹਾਨੂੰ ਆਪਣੀ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਦਾ ਸਟਰਕਚਰ ਦੇਣਾ, ਕਿੱਦਾਂ ਦੀ ਤੁਹਾਡੇ ਬੱਚਿਆਂ ਦੀ ਫਾਊਂਡੇਸ਼ਨ ਹੋਣੀ ਚਾਹੀਦੀ ਆ, ਕਿੱਦਾਂ ਦਾ ਤੁਹਾਡੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ, ਕਿਹੜੀ ਹਿਸਟਰੀ ਤੁਹਾਡੇ ਬੱਚੇ ਪੜ੍ਹਨ, ਕਿਹੜੀ ਹਿਸਟਰੀ ਜਿਹੜੀ ਆ ਉਹਨਾਂ ਵਾਸਤੇ ਜ਼ਰੂਰੀ ਆ, ਉਹਦਾ ਵੀ ਫੈਸਲਾ ਜਿਹੜਾ ਹੈਗਾ ਉਹ ਇੱਕ ਪੰਜਾਬ ਸਟੇਟ ਦੇ ਹੱਥ ਵਿੱਚ ਸਾਰਾ ਕੁਝ ਨਹੀਂ ਆ, ਉਹ ਵੀ ਜਾ ਕੇ ਸੈਂਟਰ ਦੇ ਕੋਲ ਹੈ। ਉਸ ਸਟੇਟ ਨੇ ਆਪਣੇ ਕੋਲ ਸਾਰਾ ਕੁਝ ਰੱਖਿਆ, ਜਿਹੜੀ ਮੇਨ ਡੀਪ ਸਟੇਟ ਦੀ ਮੈਂ ਗੱਲ ਕਰਦਾ ਪਿਆ। ਸੋ ਜਦੋਂ ਤੁਹਾਡੇ ਲੋਅਰ ਲੈਵਲ ਦੀ ਐਜੂਕੇਸ਼ਨ ਹੀ ਬੱਚਿਆਂ ਦੇ ਵਿੱਚ ਜੋ ਦਿੱਤੀ ਜਾ ਰਹੀ ਹੈਗੀ ਆ, ਉਹ ਗਲਤ ਤਰੀਕੇ ਦੇ ਨਾਲ ਤੁਹਾਡੇ ਬੱਚਿਆਂ ਦੇ ਵਿੱਚ ਫੀਡ ਕੀਤੀ ਜਾ ਰਹੀ ਹੈਗੀ ਆ, ਤੇ ਉਹਦੇ ਵਾਸਤੇ ਭਾਵੇਂ ਅਸੀਂ ਲੱਖ ਆਪਣੇ ਯਤਨ ਕਰੀਏ, ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਆਪਣੇ ਸੈਮੀਨਾਰਸ ਕਰਕੇ, ਉਹ ਬੱਚੇ ਜਿਹੜੇ ਨੇ, ਜਿਹੜੀ ਉਹਨਾਂ ਦੀ ਨੀਂਹ, ਜਿਹੜੀ ਉਹਨਾਂ ਦੀ ਫਾਊਂਡੇਸ਼ਨ ਬਣ ਜਾਏਗੀ, ਉਹ ਮੰਨਣ ਤੋਂ ਇਨਕਾਰੀ ਹੋ ਜਾਣਗੇ, ਤੇ ਉਹ ਬੱਚਿਆਂ ਦਾ ਜਿਹੜੀ ਸੋਚਣ ਦੀ ਸ਼ਕਤੀ ਆ ਉਹ ਉਹਨਾਂ ਕਿਤਾਬਾਂ ਮੁਤਾਬਕ ਹੋ ਜਾਏਗੀ ਜਿਹੜੀਆਂ ਕਿਤਾਬਾਂ ਉਹਨਾਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ, ਜਿਹੜੀ ਹਿਸਟਰੀ ਜਿਹੜੀ ਆ ਉਹ ਪੜ੍ਹਾਈ ਜਾ ਰਹੀ ਹੈਗੀ ਆ। ਗਲਤ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜੀਆਂ ਉਹ ਐਜੂਕੇਸ਼ਨ ਦਾ ਜਿਹੜਾ ਸਿਸਟਮ ਆ ਉਹ ਦਿੱਤਾ ਜਾ ਰਿਹਾ ਹੈਗਾ। ਤੁਸੀਂ ਦੇਖਿਆ ਪਿੱਛੇ ਮੋਹਾਲੀ ਦੇ ਵਿੱਚ ਲਗਾਤਾਰਤਾ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਸਾਹਿਬ ਜਿਹੜੇ ਨੇ ਉਹ ਕਈ ਦੇਰ ਤੋਂ ਉਹ ਲੱਗੇ ਹੋਏ ਨੇ। ਕਿਸ ਦਿਨ ਆਪਾਂ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਆ ਉਹ ਕਰਾਂਗੇ। ਤੁਸੀਂ ਇਹ ਦੇਖੋ ਕਿ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ ਹੈਗੀ ਕਿ ਕਿਹੜੇ ਲੋਕ ਨੇ ਉਹ ਜਿਹੜੇ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਉਹ ਇਹੋ ਜੀਆਂ ਲਗਵਾ ਦਿੰਦੇ ਨੇ ਜਿਹੜੀਆਂ ਕਿ ਇਤਰਾਜ਼ਯੋਗ ਨੇ। ਕੱਲਾ ਕਿ ਗਲਤੀ ਨਹੀਂ, ਇਤਰਾਜ਼ਯੋਗ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਬੱਚਿਆਂ ਨੂੰ ਜਿਹੜੀਆਂ ਨੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਔਰ ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਆ ਨਾ, ਐਜੂਕੇਸ਼ਨ। ਕਿਸੇ ਬੰਦੇ ਕੋਲ ਪ੍ਰਾਪਰਟੀ ਖੁੱਸ ਜਾਵੇ, ਕਿਸੇ ਬੰਦੇ ਦੀ ਜਿਹੜੀ ਜ਼ਮੀਨ ਜਾਇਦਾਦ ਇੱਧਰ ਉੱਧਰ ਹੋ ਜਾਵੇ, ਤੇ ਉਹ ਮੈਨੂੰ ਲੱਗਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਬਣਾ ਲੈਂਦਾ। ਲੇਕਿਨ ਜਿਹੜੀ ਫਾਊਂਡੇਸ਼ਨ ਆ, ਜਿੱਥੋਂ ਬੱਚੇ ਪੜ੍ਹ ਰਹੇ ਨੇ, ਉਹੀ ਗਲਤ ਉਹਦੀ ਪੇਸ਼ਕਾਰੀ ਕਰਕੇ ਬੱਚਿਆਂ ਨੂੰ ਦਿੱਤੀ ਜਾਵੇ, ਤਾਂ ਇਹ ਕਿੱਡੀ ਵੱਡੀ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਿਸਮ ਦੀ ਦੁਸ਼ਮਣੀ ਕਮਾਈ ਜਾ ਰਹੀ ਹੈ ਪੰਜਾਬ ਦੇ ਨਾਲ। ਤੇ ਆਪਾਂ ਉਹਦੇ ਵਾਸਤੇ ਵੀ ਲੜਾਈ ਲੜ ਰਹੇ ਹਾਂ ਕਿ ਸਾਨੂੰ ਆਹ ਕਿਤਾਬਾਂ ਜਿਹੜੀਆਂ ਨੇ ਇਹ ਕੱਢੋ, ਇਹ ਕਿਤਾਬਾਂ ਜਿਹੜੀਆਂ ਨੇ ਗਲਤ ਪੜ੍ਹਾ ਰਹੇ ਹੋ, ਉਹਦੇ ਵਾਸਤੇ ਵੀ ਐਜੂਕੇਸ਼ਨ ਜਿਹੜੀ ਆ ਬੇਸਿਕ ਐਜੂਕੇਸ਼ਨ ਵਾਸਤੇ ਲੜਾਈ ਲੜੀ ਜਾ ਰਹੀ ਹੈਗੀ ਆ। ਹਾਇਰ ਐਜੂਕੇਸ਼ਨ ਦੇ ਵਿੱਚ ਤਾਂ ਬਹੁਤ ਕੁਛ ਆ, ਉਹ ਕਿਸੇ ਹੋਰ ਦਿਨ ਆਪਾਂ ਉਸ ਸਬਜੈਕਟ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਕਾਲਜਸ ਨੇ ਜਾਂ ਯੂਨੀਵਰਸਿਟੀ ਲੈਵਲ ਤੱਕ ਦੇ ਜਿਹੜੇ ਨੇ ਉੱਥੇ ਕਿਵੇਂ ਬਦਲਾਵ ਜਿਹੜਾ ਉਹ ਹੋ ਰਿਹਾ ਹੈਗਾ। ਮੈਂ ਬੇਸਿਕ ਐਜੂਕੇਸ਼ਨ ਦੀ ਗੱਲ ਕਰਦਾ। ਬੇਸਿਕ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ, ਦੂਜੇ ਐਜੂਕੇਸ਼ਨ ਬੋਰਡ ਜਿਹੜੇ ਨੇ ਉਹ ਮੰਨਦੇ ਨਹੀਂ ਕਿ ਜਿਹੜੀ ਪੰਜਾਬੀ ਆ ਉਹ ਲਾਜ਼ਮੀ ਜਿਹੜੀ ਆ, ਉਹਨਾਂ ਨੇ ਜਿਹੜੀ ਉਹ ਸਬਜੈਕਟ ਜਿਹੜਾ ਉਹ ਕੱਢ ਦਿੱਤਾ ਗਿਆ। ਕਹਿਣ ਦਾ ਭਾਵ ਕਿ ਤੁਹਾਡੀ ਐਜੂਕੇਸ਼ਨ ਸਿਸਟਮ ਵਾਸਤੇ ਵੀ ਤੁਹਾਨੂੰ ਆਪਣੇ ਖਿੱਤੇ ਦੇ ਵਿੱਚ ਹੀ ਸਟਰਗਲ ਕਰਨਾ ਪੈ ਰਿਹਾ। ਫਿਰ ਤੁਹਾਡੇ ਨੈਚੁਰਲ ਰਿਸੋਰਸਸ ਨੂੰ ਲੁੱਟਣ ਵਾਸਤੇ
ਉਹਨਾਂ ਨੇ ਕਈ ਸਾਲਾਂ ਤੋਂ ਲਗਾਤਾਰ ਆਪਾਂ ਇਹ ਕਹਿ ਲਈਏ ਕਿ ਜਦੋਂ ਸੋ ਕਾਲਡ ਜਿਹੜੀ ਆਜ਼ਾਦੀ ਸੀਗੀ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਪੰਜਾਬ ਆਪਣੇ ਨੈਚੁਰਲ ਰਿਸੋਰਸਸ ਨੂੰ ਬਚਾਉਣ ਵਾਸਤੇ, ਪਾਣੀ ਨੂੰ ਬਚਾਉਣ ਵਾਸਤੇ, ਆਪਣੀ ਉਹਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਉਹ ਸਟਰਗਲ ਕਰ ਰਿਹਾ, ਲਗਾਤਾਰ ਸਟਰਗਲ ਕਰ ਰਿਹਾ। ਉਹ ਕੋਈ ਨਹੀਂ ਸੁਣਦਾ। ਸਾਰੀ ਇੰਡਸਟਰੀ ਪੁੱਟ ਕੇ ਹਿਮਾਚਲ 'ਚ ਕਰ ਦਿੱਤੀ ਗਈ, ਉਹਨਾਂ ਨੂੰ ਸਬਸਿਡੀ ਦੇ ਦਿੱਤੀ ਗਈ ਤੇ ਉਹ ਉੱਥੇ ਪੰਜਾਬ ਦਾ ਕੁਝ ਨਹੀਂ ਬਣਿਆ। ਕਾਰਨ ਕੀ ਕਿ ਪੰਜਾਬ ਨੂੰ ਉਹਦੇ ਵਾਸਤੇ ਵੀ ਜਿਹੜਾ ਹੈ ਉਹ ਸਟਰਗਲ ਕਰਨੀ ਪਵੇ, ਉਹਦੇ ਵਾਸਤੇ ਵੀ ਲੜਨਾ ਪਵੇ। ਤੇ ਲੜੇ ਕੌਣ? ਗੱਲ ਤਾਂ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਲੜੇ ਕੌਣ, ਕੌਣ ਬੰਦੇ ਨੇ, ਕੌਣ ਨੇ ਉਹ ਲੋਕ ਜਿਹੜੇ ਉਹ ਇਸ ਵਾਸਤੇ ਲੜਨ। ਫਿਰ ਨੈਚੁਰਲ ਰਿਸੋਰਸ ਤੋਂ ਇਲਾਵਾ ਬਾਕੀ ਜਿਹੜਾ ਸਟਰਕਚਰ ਹੈਗਾ ਪੰਜਾਬ ਦਾ, ਕਿ ਪੰਜਾਬ ਦਾ ਜਿਹੜਾ ਸ਼ੇਰ ਆ, ਜੇ ਉਹਦੀ ਰਾਜਧਾਨੀ ਦੇ ਵਿੱਚ ਸ਼ੇਰ ਆ, ਉਹਦਾ ਸ਼ੇਰ ਹੁਣ ਕੱਟ ਕੇ ਜਿਹੜਾ ਹੈ ਉਹ ਕਿਸੇ ਬੰਨੇ ਹੋਰ ਜਿਹੜਾ ਉਹ ਲਿਜਾਇਆ ਗਿਆ। ਉਹ ਜਿਹੜੀ 60-40 ਦੀ ਰੇਸ਼ੋ ਸੀ, ਉਹ ਪੰਜਾਬ ਦੇ ਉੱਤੇ ਜਿਹੜਾ ਹੈ ਉਹ ਪੰਜਾਬ ਦੇ ਡੈਮ ਦਾ ਜਿਹੜਾ ਸਾਰਾ ਜੋ ਵੀ ਹੈਗਾ ਦਾਰੋਮਦਾਰ ਉਹ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ। ਸੋ ਪੰਜਾਬ ਸੰਘਰਸ਼ੀ ਜਿਹੜਾ ਉਹਨੂੰ ਕਿਉਂ ਹਰ ਵਕਤ ਰਹਿਣਾ ਪੈਂਦਾ ਕਿ ਇਹ ਲੋਕ ਜਦ ਸਵੇਰੇ ਉੱਠਣ, ਇਹਨਾਂ ਦਾ ਬੱਚਾ ਉੱਠੇ, ਉਹ ਤੜਫੇ ਇਸ ਗੱਲ ਨੂੰ ਕਿ ਸਾਡੇ ਉੱਤੇ ਆਹ ਹਮਲਾ ਹੋ ਗਿਆ, ਸਾਡੇ ਉੱਤੇ ਸਾਡਾ ਸਾਰਾ ਕੁਝ ਆ ਵੀ ਲੁੱਟਿਆ ਗਿਆ, ਸਾਡਾ ਉਹ ਵੀ ਲੁੱਟਿਆ ਗਿਆ। ਇਹਦੇ ਪਿੱਛੇ ਬਿਹਾਈਂਡ ਕਾਰਨ ਸਿਰਫ ਇੱਕ ਜਿਹੜਾ ਉਹ ਦਿਖਾਈ ਦਿੰਦਾ ਹੈਗਾ ਕਿ ਪੰਜਾਬ ਜਿਹੜਾ ਹੈ ਉਹ ਦਿੱਲੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੱਸਦਾ ਵਸਦਾ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਪੱਖ ਤੋਂ, ਨਾ ਧਾਰਮਿਕ ਪੱਖ ਤੋਂ, ਨਾ ਖਿੱਤੇ ਦੇ ਪੱਖ ਤੋਂ, ਨਾ ਆਰਥਿਕ ਪੱਖ ਤੋਂ, ਨਾ ਨੈਚੁਰਲ ਰਿਸੋਰਸਸ ਦੇ ਪੱਖ ਤੋਂ, ਕਿਸੇ ਪੱਖ ਤੋਂ ਪੰਜਾਬ ਉਹਨਾਂ ਨੂੰ ਜਿਹੜਾ ਹੈ ਉਹ ਚੰਗਾ ਨਹੀਂ ਲੱਗਦਾ। ਪੰਜਾਬ ਨੂੰ ਸਿਰਫ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੁੱਟਿਆ ਜਾ ਸਕਦਾ ਹੈਗਾ। ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਤੱਤਪਰ ਰਹਿੰਦੇ ਨੇ ਕਿ ਪੰਜਾਬ ਨੂੰ ਲੁੱਟਿਆ ਕਿਵੇਂ ਜਾ ਸਕਦਾ ਹੈਗਾ। ਸੋ ਲੁੱਟਣ ਵਾਸਤੇ 74 ਸਾਲਾਂ ਤੋਂ ਇਨਕਲੂਡਿੰਗ ਹੋਣ ਵਾਲੇ ਜਿਨ੍ਹਾਂ ਨੂੰ ਤੁਸੀਂ ਬਦਲਾਵ ਕਹਿ ਰਹੇ ਹੈਗੇ ਹੋ, ਆ ਵੇਖ ਹੀ ਲਿਆ, ਆਪਾਂ ਕੱਲ ਟਵੀਟ ਕੀਤਾ ਹੋਇਆ ਸੀਗਾ ਕਿ ਉਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਰਾਜ ਮੰਤਰੀ ਉਹ ਕਹਿੰਦਾ ਜੀ ਚੰਡੀਗੜ੍ਹ ਜਿਹੜਾ ਹੈਗਾ ਉਹ ਹਰਿਆਣੇ ਦਾ, ਉਹਦੇ ਤੇ ਪੂਰਾ ਹਰਿਆਣੇ ਦਾ ਹੱਕ ਹੈ ਉਹਦਾ, ਤੇ ਪੰਜਾਬ ਦੇ ਵੱਲੋਂ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਿਆ ਗਿਆ। ਪੰਜਾਬ ਨੂੰ ਸੰਘਰਸ਼ ਇਸ ਕਰਕੇ ਹੀ ਕਰਨਾ ਪੈਂਦਾ ਹੈਗਾ ਕਿ ਪੰਜਾਬ ਦੇ ਜਿਹੜਾ ਪੋਲੀਟੀਕਲ ਸਟਰਕਚਰ ਹੈਗਾ ਉਹ ਬਿਲਕੁਲ ਪੋਲੀਟੀਕਲ ਸਟਰਕਚਰ ਜਿਹੜਾ ਹੈਗਾ ਉਹ ਡੀਪ ਸਟੇਟ ਦੀਆਂ ਪਾਲਿਸੀਜ਼ ਦੇ ਨਾਲ ਜਾ ਰਲਿਆ ਹੋਇਆ। ਉਹ ਕਿਸੇ ਵੀ ਪੱਖ ਦੇ ਨਾਲ ਡੀਪ ਸਟੇਟ ਦੇ ਐਂਟੀ ਜਾ ਕੇ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦਾ। ਯਾਨੀ ਕਿ ਆਪਣੇ ਖਿੱਤੇ ਵਾਸਤੇ ਤੁਸੀਂ ਆਵਾਜ਼ ਜਿਹੜੀ ਆ ਉਹ ਉਠਾ ਨਹੀਂ ਸਕਦੇ। ਚਾਹੇ ਦੁਨੀਆ ਦਾ ਕੋਈ ਇਮਾਨਦਾਰ ਬੰਦਾ ਪੰਜਾਬ ਦਾ ਚੀਫ ਮਿਨਿਸਟਰ ਬਣਾ ਦਿਓ, ਅਗਰ ਉਹ ਡੀਪ ਸਟੇਟ ਦੇ ਅਗੇਂਸਟ ਜਾਏਗਾ ਤੇ ਡੀਪ ਸਟੇਟ ਉਹਨੂੰ ਉੱਥੇ ਰਾਜ ਨਹੀਂ ਕਰਨ ਦੇਗੀ। ਤੇ ਇਹ ਗੱਲ ਸਾਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਰਾਜ ਕਰਨ ਵਾਲੀ ਕੋਈ ਵੀ ਧਿਰ, ਆ ਮੌਜੂਦਾ ਵਾਲੇ ਜਿਹੜੇ ਨੇ ਇਹ ਬੜਾ ਰੌਲਾ ਪਾ ਰਹੇ ਨੇ, ਇਮਾਨਦਾਰੀ ਦਾ ਰੌਲਾ ਪਾ ਰਹੇ ਨੇ। ਸਾਡੇ ਲੋਕ ਕਹਿੰਦੇ ਨੇ ਦੇਖੋ ਜੀ ਬਦਲਾਅ ਬੜਾ ਆ ਗਿਆ। ਉਹ ਕਿਤੇ ਥੋੜੀਆਂ ਬਹੁਤੀਆਂ ਟੈਂਪਰੇਰੀ ਫੇਸ ਦੇ ਵਿੱਚ ਉਹ ਸੋਧਾਂ ਜਿਹੜੀਆਂ ਦਿਖ ਰਹੀਆਂ ਹੁੰਦੀਆਂ ਨੇ, ਉਹਦੇ ਵਿੱਚ ਉਹਨਾਂ ਨੂੰ ਬਦਲਾਅ ਦਿਸ ਰਿਹਾ ਹੁੰਦਾ। ਪਰ ਕੀ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਿਰਫ ਪੰਜਾਬ ਦੇ ਕੋਲ 17 ਸਾਲ ਦਾ ਪਾਣੀ ਰਹਿ ਰਿਹਾ, ਜਾਂ ਪੰਜਾਬ ਦੇ ਜਿਹੜੇ ਸੁਹਿਰਦ ਬੰਦੇ ਨੇ ਕੁਝ ਲੋਕਾਂ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਇਹ ਪਤਾ ਕਿ 17 ਸਾਲ ਦਾ ਪਾਣੀ ਸਿਰਫ ਪੰਜਾਬ ਦੇ ਕੋਲ ਬਚਿਆ ਹੈਗਾ। ਤੇ 17 ਸਾਲ ਜਿਹੜੇ ਲੰਘਣ ਲੱਗਿਆ ਜਿਹੜਾ ਹੈ ਉਹ ਇੱਕ ਕਿਸਮ ਦੀ ਇੱਕ ਜਨਰੇਸ਼ਨ ਜਿਹੜੀ ਆ, ਜਦੋਂ ਬੱਚਾ ਤੁਹਾਡਾ ਉਹ 17 ਸਾਲ ਦਾ ਹੋਏਗਾ ਉਹ ਤੇ ਪੰਜਾਬ ਤੇ ਪੰਜਾਬੀਅਤ ਨੂੰ ਜਿਹੜਾ ਹੈ ਉਹ ਕੋਸੇਗਾ, ਬਹੁਤ ਬੁਰੀ ਤਰ੍ਹਾਂ ਦੇ ਨਾਲ ਕੋਸੇਗਾ, ਕਿਉਂਕਿ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਜਾ ਚੁੱਕੇ ਹੋਵਾਂਗੇ। ਸੋ ਅਸਲੀਅਤ ਨੂੰ ਸਮਝਣਾ, ਅਸਲੀਅਤ ਤੱਕ ਪਹੁੰਚਣਾ, ਆਪਣੇ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨਾ, ਆਪਣੇ ਪੰਜਾਬ ਦੇ ਹੱਕ ਹਕੂਕ ਵਾਸਤੇ ਗੱਲਬਾਤ ਕਰਨੀ, ਉਹਦੇ ਵਾਸਤੇ ਸਦਾ ਤਤਪਰ ਰਹਿਣਾ, ਉਹਦੇ ਵਾਸਤੇ ਇੱਕ ਲੰਬੀ ਲੜਾਈ ਦਾ ਲੜਨਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਇਸ ਟਾਈਮ ਤੇ ਜ਼ਰੂਰੀ ਬਣ ਚੁੱਕਿਆ। ਕਿਉਂਕਿ ਪੋਲੀਟੀਕਲ ਸਟਰਕਚਰ ਤੋਂ ਅਗਰ ਪੰਜਾਬ ਨੂੰ ਤੁਸੀਂ ਦੇਖੋਗੇ ਜਾਂ ਪੰਜਾਬ ਦੇ ਬਚਾਅ ਦੀ ਕੋਈ ਗੱਲ ਸੋਚਾਂਗੇ ਆਪਾਂ,
ਤੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਹੋਰ ਜਿਹੜਾ 74 ਸਾਲਾਂ ਤੋਂ ਆਪਾਂ ਧੋਖਾ ਖਾ ਰਹੇ ਆ, ਉਹਦੇ 'ਚ ਹੋਰ ਕੁਝ ਸਾਲ ਵਾਧਾ ਕਰਨ ਤੱਕ ਤੋਂ ਇਲਾਵਾ ਹੋਰ ਸਾਡੇ ਪੱਲੇ ਜਿਹੜਾ ਹੈ ਉਹ ਕੁਝ ਨਹੀਂ ਹੈਗਾ। ਪੋਲੀਟੀਕਲ ਸਟਰਕਚਰ ਨੇ ਕਦੀ ਵੀ ਪੰਜਾਬ ਨੂੰ ਜਿਹੜਾ ਉਹ ਸਿੱਧੀਆਂ ਲੀਆਂ ਦੇ ਉੱਤੇ ਨਹੀਂ ਲਿਜਾ ਪਾਉਣਾ। ਇਹ ਗੱਲ ਆਪਣੇ ਪੱਲੇ ਜਿਹੜੀ ਹੈ ਉਹ ਸਾਨੂੰ ਬੰਨ ਲੈਣੀ ਚਾਹੀਦੀ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਪਸੰਦ ਆਇਆ ਹੋਵੇਗਾ। ਕੱਲ ਆਪਾਂ ਦੁਬਾਰਾ ਤੁਹਾਡੇ ਨਾਲ 6 ਵਜੇ ਟੋਰਾਂਟੋ ਸਮੇਂ ਮੁਤਾਬਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਥੇ ਮੈਨੂੰ ਇਜਾਜ਼ਤ ਦੇ ਦਿਓ। ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।